ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸੇਖ ਫਰੀਦ ਜੀ ਕੇ ਭਾਗ 34ਵਾਂ। ਜੋਵਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਕੀ ਸਮਝਾਉਂਦੇ ਨੇ ਸਤਿਗੁਰ ਬਾਬਾ ਫਰੀਦ ਜੀ? ਜੋਬਨ ਤੋਂ ਭਾਵ ਸੰਸਾਰੀ ਵਡਿਆਈਆਂ, ਸੰਸਾਰੀ ਸੋਭਾ, ਇਹ ਤੋਂ ਬਚਣਾ ਆਪਾਂ। ਬਾਬਾ ਫਰੀਦ ਜੀ ਨੇ ਉਸ ਟਾਈਮ ਦੇ ਵਿੱਚ ਇਸਲਾਮ ਧਰਮ ਸਭ ਤੋਂ ਵੱਡਾ ਸੀ ਔਰ ਸਾਰਿਆਂ ਨੂੰ ਕਰਨਾ ਚਾਹੁੰਦੇ ਸੀ ਜ਼ਬਰ ਨਾਲ। ਜਦੋਂ ਉੱਥੋਂ ਨਾ ਪ੍ਰਾਪਤੀ ਹੋਈ, ਬਾਬਾ ਫਰੀਦ ਜੀ ਇਸਲਾਮ ਛੱਡ ਕੇ ਗੁਰਮਤਿ ਦੇ ਧਾਰਨੀ ਬਣੇ। ਸਮਝ ਆ ਗਈ। ਪਿਛਲੇ ਸਲੋਕ 'ਚ ਬਾਬਾ ਫਰੀਦ ਜੀ ਨੇ ਵਿਚਾਰਿਆ ਸੀ, ਨਾਤੀ ਧੋਤੀ ਸੰਭਈ ਸੰਭਲ ਗਈ। ਹੁਣ ਕੀ ਕਹਿ ਰਹੇ ਨੇ? ਜੋਬਨ ਜਾਂਦੇ ਨਾ ਡਰਾਂ। ਜੋਬਨ ਤੋਂ ਭਾਵ ਮੈਨੂੰ ਆਪਣੀ ਮੱਤ ਦਾ ਛੱਡਣ ਦਾ ਕੋਈ ਡਰ ਨਹੀਂ, ਪਰ ਜੇ ਸਹਿ ਨਾ ਪ੍ਰੀਤੀ ਪੈ ਜਾਵੇ, ਅੱਲਾ ਦਾ ਦਰਸ਼ਨ ਹੋ ਜਾਵੇ, ਕੋਈ ਚਿੰਤਾ ਨਹੀਂ। ਪਰ ਇਹਨੂੰ ਕੋਈ ਵਿਰਲਾ ਹੀ ਛੱਡਦਾ ਹੈ। ਜਦੋਂ ਮਨ ਬੁੱਧੀ ਸੰਸਾਰ ਦੇ ਵਿੱਚ ਧਰਮ ਧਾਰ ਕੇ ਭੇਖ ਧਾਰਦੇ ਨੇ, ਸਰੀਰ ਕਰਕੇ ਪੂਰਨ ਹੋ ਜਾਂਦੇ ਨੇ, ਤੇ ਹੰਕਾਰ ਬਹੁਤ ਵੱਧ ਜਾਂਦਾ ਹੈ। ਅਨਕ ਤਪੱਸਿਆ ਕਰੇ ਹੰਕਾਰ, ਸਰੀਰ ਕਰਕੇ ਭਗਤੀਆਂ ਕਰਕੇ ਸੰਸਾਰ ਦੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ, ਭਾਵੁਕ ਹੋ ਜਾਂਦੇ ਨੇ, ਉਹਨਾਂ ਨੂੰ ਮੰਨਣ ਲੱਗ ਜਾਂਦੇ ਨੇ, ਹੰਕਾਰ ਹੋਰ ਵੱਧ ਜਾਂਦਾ ਹੈ। ਬਾਣੀ ਸਮੇਂ ਅਨੁਸਾਰ ਸਾਨੂੰ ਉਪਦੇਸ਼ ਦੇ ਕੇ ਸਮਝਾਉਂਦੀ ਆਈ ਹੈ। ਅੱਜ ਆਪਣੇ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਗਟ ਰੂਪ ਦੇ ਵਿੱਚ ਸਤਿਗੁਰਾਂ ਦੇ ਵਚਨ। ਜਿਹੜਾ ਭੇਖ ਹੈ, ਇਹ ਤੋਂ ਬਚਣਾ ਆਪਾਂ, ਸੰਸਾਰ ਦੀ ਵਡਿਆਈਆਂ ਤੋਂ ਬਚਣਾ ਆਪਾਂ। ਸੰਸਾਰ ਕੀ ਵਡਿਆਈਆਂ ਅੱਗੀ ਸੇਤੀ ਜਾਲ, ਇਹ ਜਲਨੀ ਜਗ ਜਾਲਿਆ, ਜਿਨ ਦਿੱਤਾ ਨਾਮ ਵਿਸਾਰ। ਨਾਮ ਦਾ ਦਰਸ਼ਨ ਕਰ ਆਤਮਾ ਆਈ ਸੀਗੀ, ਸੰਸਾਰ ਦੀ ਵਡਿਆਈਆਂ ਦੇ ਵਿੱਚ ਆ ਕੇ ਭੁੱਲ ਗਈ। ਪਰ ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਰਾਜਾ ਪਰਜਾ ਸਭ ਕਰ ਮਾਰੇ, ਐਸੋ ਕਾਲ ਵਡਾਨੀ ਰੇ। ਕਾਲ ਨਹੀਂ ਭਾਈ ਬਖਸ਼ਦਾ ਕਿਸੇ ਨੂੰ, ਰਾਜਾ ਹੋਵੇ ਪਰਜਾ ਹੋਵੇ। ਪਰ ਆਪਾਂ ਨੂੰ ਫਿਰ ਇਹ ਪ੍ਰਾਪਤੀ ਕਿਵੇਂ ਹੋਊਗੀ? ਬਾਬਾ ਫਰੀਦ ਜੀ ਤਾਂ ਆਪਦੀ ਮੱਤ ਛੱਡਣ ਨੂੰ ਤਿਆਰ ਨੇ, ਆ ਛੱਡ ਕੇ ਉਹਨਾਂ ਨੇ ਗੁਰਮਤਿ ਦੇ ਧਾਰਨੀ ਵੀ ਬਣ ਗਏ। ਆਪਾਂ ਗੁਰੂ ਘਰ ਜਾ ਕੇ ਸਿੱਖੀ ਲੈਣੀ ਹੈ। ਸਿੱਖੀ ਕੀ ਹੈ? ਸਿੱਖੀ ਆਤਮਾ ਕਰਕੇ ਹੈ ਭਾਈ। ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ, ਅੰਮ੍ਰਿਤ ਛਕ ਲੈਂਦੇ ਹਾਂ, ਪਰ ਸ਼ਬਦ ਦੇ ਧਾਰਨੀ ਨਹੀਂ ਬਣਦੇ, ਪਰਣ ਨਹੀਂ ਕਰਦੇ, ਭਾਣੇ 'ਚ ਨਹੀਂ ਆਉਂਦਾ ਸਾਡਾ ਮਨ। ਭੇਖ ਦਾ ਅਸੀਂ ਨਜਾਇਜ਼ ਫਾਇਦਾ ਉਠਾਉਂਦੇ ਹਾਂ, ਹੰਕਾਰ ਪੈਦਾ ਕਰ ਲੈਂਦੇ ਹਾਂ। ਭੇਖ 'ਚੋਂ ਹੰਕਾਰ ਪੈਦਾ ਹੁੰਦਾ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸੁਖਮਨੀ ਸਾਹਿਬ ਦੇ ਵਿੱਚ, ਭੇਖ ਅਨੇਕ ਅਗਨ ਨਹੀਂ ਬੂਝੇ, ਕੋਟ ਅਪਾ ਦਰਗੇ ਨਹੀਂ ਸੀਜੇ। ਭੇਖ ਦੇ ਵਿੱਚੋਂ ਹੰਕਾਰ, ਸੰਸਾਰ ਸਾਨੂੰ ਮੰਨਣ ਲੱਗ ਜਾਂਦਾ ਹੈ। ਜਿਹੜੀ ਸਾਡੀ ਤ੍ਰਿਸ਼ਨਾ ਅੰਦਰ ਅਗਨੀ, ਉਹ ਨਹੀਂ ਬੁਝਦੀ, ਵੱਧ ਜਾਂਦੀ ਹੈ। ਕਰੋੜਾਂ ਪਾ ਅਸੀਂ ਫਿਰ ਮਾਇਆ ਦੇ ਕਰਦੇ ਹਾਂ, ਸੰਸਾਰ 'ਚ ਇੱਕ ਦੂਏ ਤੋਂ ਵੱਡਾ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਦਰਗਾਹ ਦੀ ਸੋਝੀ ਤਾਂ ਹੁੰਦੀ ਨਹੀਂ। ਸਤਿਗੁਰ ਸਮਝਾਉਂਦੇ, ਜਿੱਥੇ ਅਸੀਂ ਜਾਣਾ, ਜਿਹਦੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਉਹੀ ਸਮੇਂ ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਪ੍ਰੇਰਿਆ, ਕੁਦਰਤ ਨਾਲ ਜੋੜਿਆ, ਹੁਕਮ ਨਾਲ ਜੋੜਿਆ ਕਿ ਆਪਣਾ ਸੰਸਾਰ 'ਤੇ ਆਉਣਾ ਸਫਲ ਹੋਵੇ। ਉਹ ਭੇਖ 'ਚੋਂ ਫਿਰ ਹੰਕਾਰ ਵੱਧਦਾ ਰਹਿੰਦਾ ਹੈ। ਪਰ ਬਾਬਾ ਫਰੀਦ ਜੀ ਨੇ ਇਸਲਾਮ ਤਿਆਗਤਾ, ਬਹੁਤ ਬੁਰਾ ਭਲਾ ਕਿਹਾ। ਇਸਲਾਮ ਦੇ ਲੋਕਾਂ ਨੇ ਉਹਨਾਂ ਨੂੰ ਆਪਣੇ ਕੋਲੇ ਪਿੱਛੇ ਆਪਾਂ ਵਿਚਾਰ ਕੇ ਗਏ, ਫਰੀਦਾ ਜੋ ਤੈ ਮਾਰਨ ਮੂੰਕੀਆਂ, ਅੱਗੇ ਆ ਜਾਣਾ, ਤਿੰਨਾਂ ਨਾ ਮਾਰੇ ਘੁੰਮ। ਬੁੱਧੀਮਾਨ ਨੂੰ ਸਮਝਾਉਂਦੀ ਆ, ਇਹ ਫਰੀਦ ਮੰਨਾ ਜੋ ਵੀ ਤੈਨੂੰ ਕਹਿੰਦੇ ਨੇ, ਪਰ ਉਹਨਾਂ ਦੇ ਪਿੱਛੇ ਆਪਾਂ ਨਹੀਂ ਚੱਲਣਾ ਹੈਗਾ। ਆਪਾਂ ਤਾਂ ਉੱਥੇ ਪਹੁੰਚਣਾ, ਪੈਰ ਤਿੰਨਾਂ ਦੇ ਚੁੰਮ, ਇਹ ਮਾਰਗ 'ਤੇ ਚੱਲ ਕੇ ਜਿੱਥੋਂ ਆਤਮਾ ਟੁੱਟ ਕੇ ਆਈ ਹੈ ਸੱਚਖੰਡ 'ਚੋਂ, ਜਿਵੇਂ ਜਿਵੇਂ ਆਪਾਂ ਆਏ ਹਾਂ ਉਵੇਂ ਵਾਪਸੀ ਹੋਣੀ ਆ ਭਾਈ। ਇਹ ਸਾਰਾ ਗਿਆਨ ਆਪਾਂ ਨੂੰ ਗੁਰ ਸ਼ਬਦ ਰਾਹੀਂ, ਗੁਰ ਉਪਦੇਸ਼ ਰਾਹੀਂ ਪਤਾ ਲੱਗਣਾ ਵਾ। ਜੇ ਆਪਾਂ ਗੁਰ ਸ਼ਬਦ ਦੀ ਕਮਾਈ ਕਰਾਂਗੇ,
ਸੱਚ ਦੇ ਧਾਰਨੀ ਬਣਾਂਗੇ, ਸੱਚ ਦਾ ਦਰਸ਼ਨ ਕਰਾਂਗੇ, ਫਿਰ ਸਾਰੀ ਖੇਲ ਸਮਝ ਆਉਣੀ ਆਪਾਂ ਨੂੰ। ਸੱਚ ਦਾ ਗਿਆਨ ਲੈਂਦੇ ਲੈਂਦੇ ਸਾਨੂੰ ਪਹਿਲਾ ਪਦਾਰਥ ਗੁਰ ਗਿਆਨ ਪਦਾਰਥ ਨਾਮ ਹੈ ਇਹ ਪ੍ਰਾਪਤ ਹੁੰਦਾ ਹੈ। ਮਨ ਸ਼ਾਂਤ ਹੋ ਜਾਂਦਾ ਹੈ, ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ ਹਰ ਚ ਲੈ ਹੋ ਜਾਂਦੇ ਨੇ। ਉਹ ਦੂਆ ਪਦਾਰਥ ਹੈ ਮੁਕਤੀ, ਸੰਸਾਰ ਤੋਂ ਸਾਡਾ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਛੁਟਕਾਰਾ ਹੋ ਜਾਂਦਾ ਹੈ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਉਹ ਆਤਮਾ ਨੂੰ ਸੱਚ ਰੂਪੀ ਕੱਪੜਾ ਮਿਲਦਾ ਹੈ। ਨਹੀਂ ਤਾਂ ਅਸੀਂ ਨੰਗੇ ਹੀ ਆਉਂਦੇ ਹਾਂ, ਨੰਗੀ ਮੁੜ ਜਾਂਦੀ ਹੈ ਆਤਮਾ। ਨੰਗਾ ਦੋਜਕ ਚੱਲਿਆ ਤਾਂ ਦਿਸੇ ਖਰਾ ਡਰਾਵਣਾ। ਆਤਮਾ ਦਾ ਕੱਪੜਾ ਕੀ ਹੈ? ਸੱਚ। ਜਦ ਤੱਕ ਆਤਮਾ ਉਹਦੇ ਮੂਲ ਚ ਲੈ ਨਹੀਂ ਹੁੰਦੀ, ਜਿੱਥੋਂ ਇਹ ਪ੍ਰਗਟ ਹੋ ਕੇ ਆਈ ਹੈ, ਆਤਮਾ ਦਾ ਜਨਮ ਨਹੀਂ ਹੁੰਦਾ। ਸੱਚ ਹਮੇਸ਼ਾ ਹੀ ਰਹਿੰਦਾ ਵਾ। ਜੜ ਚੇਤਨਾ ਜਦੋਂ ਇਕੱਠੇ ਹੋ ਜਾਂਦੇ ਨੇ, ਮਾਇਆ ਨਾਲ ਅਸੀਂ ਜੁੜ ਜਾਂਦੇ ਹਾਂ, ਸਾਡੇ ਅੰਦਰ ਹਨੇਰਾ ਆ ਜਾਂਦਾ। ਕਿਸੇ ਦੇ ਘੱਟ ਹੈ, ਕਿਸੇ ਦੇ ਵੱਧ। ਉਹਨੂੰ ਅਗਿਆਨਤਾ ਕਿਹਾ, ਬਾਣੀ ਵਿੱਚ ਭਰਮ ਕਿਹਾ। ਗੁਰਪ੍ਰਸਾਦ ਭਰਮ ਕਾ ਨਾਸ। ਗੁਰਪ੍ਰਸਾਦ ਤੋਂ ਭਾਵ ਗੁਰ ਸ਼ਬਦ ਦੇ ਗਿਆਨ ਨਾਲ ਸਾਡਾ ਭਰਮ ਜਾਂਦਾ ਹੈ। ਫਿਰ ਚਾਨਣ ਪੈਦਾ ਹੁੰਦਾ ਹੈ, ਪ੍ਰਕਾਸ਼। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼। ਫਿਰ ਉਹ ਆਤਮਾ ਜੰਮਣ ਮਰਨ ਤੋਂ ਰਹਿਤ ਹੋ ਜਾਂਦੀ ਹੈ। ਅਸੀਂ ਦੇਵਲੋਕ ਪਹੁੰਚ ਜਾਂਦੇ ਹਾਂ। ਉਹੀ 10ਵਾਂ ਦਵਾਰ ਹੈ ਭਾਈ। ਭਗਤ ਕਬੀਰ ਜੀ ਕੀ ਸਮਝਾਉਂਦੇ ਆ? ਮੋਹਿ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ। ਮਰਨ ਦਾ ਥੋੜ੍ਹੀ ਚਾਅ ਹੁੰਦਾ ਭਾਈ ਕਿਸੇ ਨੂੰ। ਇਹ ਮਰਨਾ ਵੱਖਰਾ ਹੈ ਸੰਸਾਰ 'ਚੋਂ। ਆਪਾਂ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਇਹ ਦੋਆ ਜਨਮ ਪ੍ਰਾਪਤ ਕਰਨਾ ਵਾ। ਜੀਵਨ ਹੋ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਸਰੀਰ 'ਚ ਰਹਿੰਦਿਆਂ ਪਿੱਛੇ ਆਪਾਂ ਵਿਚਾਰਿਆ ਇਹ ਹਿੰਗ ਦੀ ਵੇੜੀ ਛੱਡ ਕੇ ਸੱਚ ਦੀ ਵੇੜੀ 'ਚ ਬਹਿ ਜਾਣਾ ਵਾ। ਜੇ ਆਪਣੇ ਭਾਣੇ ਚੱਲਦੇ ਰਹੇ ਫਿਰ ਹੁਕਮ ਕੀ ਹੈ? ਮਨ ਭਾਵ ਦੇ ਰਾ ਭੀੜੇ ਅੱਗੇ ਜਾਵਣਾ। ਫਿਰ ਚਲੇ ਜਾਵਾਂਗੇ ਜੰਮਣ ਮਰਨ ਨੂੰ ਭਾਈ। ਜੇ ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਝਤ ਬੈਠਾ ਹੋਈ ਸੱਚ ਦੀ ਵੇੜੀ ਆ। ਫਿਰ ਭਾਈ ਆਪਾਂ ਜੇ ਆਪਾਂ ਹੁਣ ਗੁਰ ਸ਼ਬਦ ਗੁਰ ਕੇ ਚਰਨਾਂ ਨਾ ਜੁੜੇ, ਫਿਰ ਹਿੰਗ ਦੀ ਵੇੜੀ ਤਾਂ ਆਪਣੇ ਕੋਲ ਹੈਗੀ ਆ ਭਾਈ। ਫਿਰ ਜਾਵਾਂਗੇ ਨਰਕਾਂ ਨੂੰ। ਉਹੀ ਬਾਬਾ ਫਰੀਦ ਜੀ ਨੇ ਸਮਝਾਇਆ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਸਹਿ ਨਾ ਪ੍ਰੀਤੀ ਨਹੀਂ ਜਾਣੀ ਚਾਹੀਦੀ ਭਾਈ। ਹੁਕਮ ਨਾ, ਜਿਹਦੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਕੁਛ ਵੀ ਆਪਾਂ ਨੂੰ ਤਿਆਗ ਕਰਨਾ ਪਵੇ, ਭਗਤ ਐਂ ਸਮਝਾਉਂਦੇ ਨੇ ਭਾਈ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਸੁੱਕ ਗਏ ਕੁਮਲਾਏ। ਉਸ ਅਵਸਥਾ 'ਚ ਜਾ ਕੇ ਪਤਾ ਲੱਗਦਾ ਹੈ ਕਿੰਨੇ ਧਾਰਮਿਕ ਆਗੂ ਆਪਦੇ ਆਪ ਨੂੰ ਗੁਰੂ ਕਹਾਉਣ ਵਾਲੇ, ਉਹਨਾਂ ਦਾ ਜੀਵਨ ਵਿਚਾਰਿਆਂ ਦਾ ਕਿਹੋ ਜਿਹਾ ਹੋ ਗਿਆ, ਖਾਲੀ ਚਲੇ ਗਏ। ਫਰੀਦਾ ਧਨ ਜੋਬਨ ਵਡਿਆਈਆਂ, ਜਿਨ੍ਹਾਂ ਨੂੰ ਧਨ ਜੋ ਆਪਦੀ ਮੱਤ ਦਾ ਹੰਕਾਰ ਹੋ ਗਿਆ, ਉਹ ਖਾਲੀ ਕਿਵੇਂ ਚਲੇ ਗਏ? ਜਿਉਂ ਟਿੱਬੇ ਮੋਹਾ। ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ ਭਾਈ, ਕਿਸੇ ਕੰਮ ਨਹੀਂ ਆਉਂਦਾ। ਟਿੱਬੇ ਉੱਚੇ ਤਾਂ ਹੁੰਦੇ ਐ, ਇਵੇਂ ਸਾਡੀਆਂ ਮੱਤਾਂ ਸੰਸਾਰ 'ਚ ਲੋਕ ਮੰਨਣ ਲੱਗ ਜਾਂਦੇ ਆ। ਉੱਚੀਆਂ ਤਾਂ ਹੁੰਦੀਆਂ ਨੇ ਪਰ ਖਾਲੀ ਨੇ। ਕਿਵੇਂ ਖਾਲੀ? ਆਪਾਂ ਨੂੰ ਆਸਾ ਕੀ ਵਾਰ ਸਤਿਗੁਰਾਂ ਨੇ ਸਮਝਾਇਆ, ਸਿਮਲ ਰੁੱਖ ਸਰੈਰਾ ਅਤ ਦੀਰਗਤ ਮੂਚ, ਉਹੀ ਜਿਆਵੇ ਆਸ ਕਰ ਜਾਏ ਨਰਾਸੇ ਕਿਤ। ਸਿਮਲ ਦਾ ਜਿਹੜਾ ਦਰਖਤ ਹੁੰਦਾ ਬਹੁਤ ਵੱਡਾ ਹੁੰਦਾ, ਮੁੱਚ ਭਾਰਾ ਵੀ ਹੁੰਦਾ ਹੈ। ਬਹੁਤ ਸੋਹਣੇ ਫੁੱਲ ਹੁੰਦੇ ਆ ਉਹਦੇ, ਲਾਲ ਲਾਲ। ਪੰਛੀ ਦੂਰੋਂ ਦੇਖ ਕੇ ਫਿਰ ਡੋਲ ਜਾਂਦੇ, ਉੱਥੇ ਨੂੰ ਭੱਜਦੇ ਨੇ ਵੀ ਪਤਾ ਨਹੀਂ ਕਿੰਨਾ ਕੁ ਵਧੀਆ ਉੱਥੇ ਫਲ ਮਿਲੂਗਾ ਸਾਨੂੰ, ਕਿੰਨਾ ਕੁ ਸੋਹਣਾ। ਇਵੇਂ ਅਸੀਂ ਉੱਚੇ ਧਰਮ ਦੇਖ ਕੇ ਜਾਂਦੇ ਹਾਂ, ਪਰ ਹੁੰਦਾ ਖਾਲੀ ਹੈ ਭਾਈ। ਉਹ ਫਲ ਫਿੱਕੇ, ਫੁੱਲ ਵੱਕ ਵੱਕੇ, ਕੰਮ ਨਾ ਆਵੇ ਪੱਤ। ਉਹਦੇ ਪੱਤੇ ਵੀ ਨਹੀਂ ਕੰਮ ਆਉਂਦੇ ਵ੍ਰਿਸ਼ ਦੇ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਜਿਹੜੇ ਥੱਲੇ ਵ੍ਰਿਸ਼ ਹੁੰਦੇ ਆ, ਬੇਰੀ ਜਾਂ ਕੋਈ ਫਲਾਂ ਵਾਲੇ, ਉਹ ਨੀਵੇਂ ਹੁੰਦੇ ਨੇ। ਫਿਰ ਉਹ ਪੰਛੀ ਪਛਤਾਉਂਦੇ ਨੇ, ਵਾਪਸ ਆਉਂਦੇ ਨੇ ਵਿਚਾਰੇ। ਇਵੇਂ ਅਸੀਂ ਧਰਮ ਨਾਲ, ਵੱਡੇ ਵੱਡੇ ਧਰਮਾਂ ਨਾਲ ਜੁੜ ਕੇ ਆਪਣਾ ਜੀਵਨ ਖਰਾਬ ਕਰ ਲੈਣਾ। ਨਹੀਂ ਭਾਈ, ਅਸੀਂ ਗਲਤੀ ਨਹੀਂ ਕਰਨੀ। ਇਹ ਜੀਵਨ ਬਾਰ ਬਾਰ ਨਹੀਂ ਮਿਲਦਾ ਆਪਾਂ ਨੂੰ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਈ ਨਾ ਵਾਰੋ ਵਾਰ। ਜਿਉਂ ਬਨ ਫਲ ਪਾਕੇ ਭੋਏ ਗਰੇ, ਬੋਹਰ ਨਾ ਲਾਗੇ ਡਾਰ। ਪੱਕਿਆ ਹੋਇਆ ਫਲ ਜਿਵੇਂ ਟਾਹਣੀ ਨੂੰ ਟੁੱਟ ਗਿਆ, ਕਿਵੇਂ ਜੁੜੂਗਾ ਭਾਈ? ਫਿਰ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਬਾਅਦ ਉਹ ਫਿਰ ਉਹਨੇ ਪੇੜ ਬਣਨਾ। ਇਵੇਂ ਹੁਣ ਆਪਾਂ ਬੀਜ ਰੂਪ ਹੈ। ਗੁਰੂ ਦੀ ਕਿਰਪਾ ਨਾਲ ਬੀਜ ਨੇ ਉੱਗਣਾ ਵਾ। ਮਨ ਚਿੱਤਕ ਹੋਏ ਤੋਂ ਬਿਨਾਂ ਨਹੀਂ ਉੱਗ ਸਕਦਾ ਭਾਈ। ਉਹ ਸਮਝਾਇਆ ਸਾਨੂੰ, ਬੀਜ ਮੰਤਰ ਸਰਬ ਕੋ ਗਿਆਨ। ਮਨ ਤੇ ਚਿੱਤ ਦੋ ਹੋ ਗਏ, ਹਿੰਗ ਦੀ ਵੇੜੀ ਸੱਚ ਦੀ ਵੇੜੀ ਪਿੱਛੇ ਆਪਾਂ ਵਿਚਾਰੇ ਜਦੋਂ ਇੱਕ ਹੋ ਜਾਂਦੇ ਨੇ। ਇੱਕ ਹੋਏ ਤਾਂ ਉਗਵੇ, ਰੁੱਤੀ ਹੁਰਤ ਹੋਏ, ਨਾਨਕ ਪਾਹੇ ਵਾਰਾ, ਕੋਰੇ ਰੰਗ ਨਾ ਹੋਏ। ਆਸਾ ਕੀ ਵਾਰ ਸਮਝਾਇਆ, ਇੱਕ ਹੋਣਾ ਭਾਈ। ਜਦੋਂ ਇੱਕ ਹੋ ਜਾਂਦੀ ਆਤਮਾ ਔਰ ਪ੍ਰਾਤਮਾ, ਉਸ ਅਵਸਥਾ ਤੋਂ ਬਾਅਦ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਅਸੀਂ ਦੇਵਲੋਕ ਹੀ ਰਹਿੰਦੇ ਹਾਂ, ਧਿਆਨ ਕਰਕੇ ਅੰਦਰ ਰਹਿੰਦੇ ਹਾਂ, ਸਰੀਰ ਕਰਕੇ ਸੰਸਾਰ ਨਾਲ ਜੁੜੇ ਰਹਿੰਦੇ ਹਾਂ। ਭਗਤ ਗੁਰੂ ਸਾਹਿਬਾਨਾਂ ਨੇ ਸਮਝਾਇਆ ਸੰਗਤ ਨੂੰ, ਸਗਲ ਸੰਗ ਆਤਮ ਉਦਾਸ, ਐਸੀ ਯੁਕਤ ਨਾਨਕ ਰਾਮਦਾਸ। ਸੁਖਮਨੀ ਸਾਹਿਬ 'ਚ ਰਾਮ ਦੇ ਦਾਸ ਕਹੇ ਜਿਹੇ ਹੁੰਦੇ ਆ, ਸਾਰੇ ਸੰਸਾਰ 'ਚ ਰਹਿੰਦੇ, ਕੰਮਕਾਰ ਕਰਦੇ ਹੋਏ ਵੀ ਆਪਦੇ ਮੂਲ ਹਰ ਨਾਲ ਜੁੜੇ ਰਹਿੰਦੇ ਨੇ। ਆਪਾਂ ਵੀ ਇਹ ਪ੍ਰਾਪਤੀ ਕਰਨੀ ਆ ਜੋ ਬਾਬਾ ਫਰੀਦ ਜੀ ਸਮਝਾ ਰਹੇ ਨੇ।
ਜੋਬਨ ਜਾਂਦੇ ਨਾ ਡਰਾਂ, ਸਾਨੂੰ ਕੁਝ ਵੀ ਛੱਡਣਾ ਪਵੇ, ਮਾਇਆ ਦਾ ਤਿਆਗ ਕਰਨਾ ਪਵੇ, ਪਰ ਅੱਲਾ ਦੀ ਪ੍ਰੀਤੀ ਨਹੀਂ ਜਾਣੀ ਚਾਹੀਦੀ, ਅਕਾਲ ਪੁਰਖ ਦੀ ਪ੍ਰੀਤੀ ਨਹੀਂ ਜਾਣੀ ਚਾਹੀਦੀ, ਉਹਦੇ ਨਾਲ ਜੁੜਨਾ ਅਸੀਂ। ਜੇ ਪ੍ਰੀਤੀ ਨਾ ਪਈ ਕੀਤੀ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁੰਭਲਾਏ, ਜਿਵੇਂ ਬਨਸਪਤੀ ਪਾਣੀ ਤੋਂ ਬਿਨਾਂ ਕੁੰਭਲਾ ਜਾਂਦੀ ਹੈ, ਇਵੇਂ ਉਹ ਆਤਮਾ ਫਿਰ ਜੰਮਣ ਮਰਨ ਨੂੰ ਚਲੀ ਜਾਂਦੀਆਂ ਨੇ। ਆਓ ਸਾਰੇ ਮਿਲ ਕੇ ਭਾਈ ਇਹਨੂੰ ਵਿਚਾਰਦੇ ਰਹੀਏ, ਸਹਿਨਾ ਪ੍ਰੀਤੀ ਪਾਈਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।